तिस अंतर रवै हर नाम बाणी गुरु। गुरु है बाणी विच बाणी अमृत सारे। गुर बाणी कहे सेवक जन मान परतख गुरु निस्तारे। बाणी बिरलो विचारसी जे को गुरमुख होए। एह बाणी महापुरख की निज घर वासा होए। जग रचना सब झूठ है जान लिहो रे मीत। कह नानक थिर ना रहे ज्यों बालू की पीत। राम गयो रामन गयो जाका बह परवार। कहो नानक थिर कछ नहीं सुपने ज्यों संसार। राम गयो रावण गयो जाको बह परवार। कहो नानक थिर कछ नहीं सुपने ज्यों संसार। वाहिगुरु जी का खालसा वाहिगुरु जी की फतेह। सलोक महला नौवां। इस बाणी दे विचों दो श्लोकां दा पाठ जो अज आप जी ने सरवण किया है, इन्हां श्लोकां दी विचार डॉक्टर हरबंस सिंह जी अलवर वाले आप जी नूं सरवण करवाउणगे। एक दिन दा उन्हां दा समा है साडे पास। प्रबंधक सेवादारां वल्लों भाई साहब जी का बहुत बहुत धन्यवाद। अमृत संचार हर ऐतवार 11 बजे हुंदा है। गुरु घर दे रख रखाव सेवा दे विच अपना हिस्सा जरूर पाओ। गुरु के लंगरां वास्ते रसद
ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹੌਸਪੀਟਲ ਵਾਸਤੇ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਇਮਾਰਤ ਦੀ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਕਰਵਾ ਰਹੇ ਹਨ। 1 ਤਰੀਕ ਦੂਸਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਹੈ। ਗੁਰੂ ਅੰਗਦ ਸਾਹਿਬ ਜੀ ਨੇ ਸਾਨੂੰ ਗੁਰਮੁਖੀ ਲਿਪੀ ਬਖਸ਼ੀ ਹੈ। ਸੋ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ ਤੱਕ ਗੁਰਮੁਖੀ ਲਿਪੀ ਬਾਰੇ ਗਿਆਨ ਦੇਣ ਵਾਸਤੇ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਗੁਰਪੁਰਬ ਦੇ ਵਿਸ਼ੇਸ਼ ਸਮਾਗਮ ਰਾਤ ਨੂੰ 10:30 ਵਜੇ ਤੱਕ ਹੋਣਗੇ। ਆਪ ਜੀ ਨੇ ਸੇਵਾ ਕਰਕੇ ਹਾਜ਼ਰੀਆਂ ਭਰ ਕੇ ਗੁਰੂ ਕੀਆਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ। ਵਲੰਟੀਅਰ ਸੇਵਾ ਵਾਸਤੇ ਪੁਰਾਣੇ ਕਾਰਡ ਜਮ੍ਹਾਂ ਕਰਵਾ ਕੇ ਆਪ ਜੀ ਨਵੇਂ ਲੈ ਸਕਦੇ ਹੋ। ਅੱਗੋਂ ਜਿਨ੍ਹਾਂ ਨੇ ਹੋਰ ਸੇਵਾ ਕਰਨੀ, ਵੀਰਾਂ ਨੇ, ਭੈਣਾਂ ਨੇ, ਬੱਚਿਆਂ ਨੇ, ਉਹ ਆਪਣੇ ਆਧਾਰ ਕਾਰਡ ਦੀ ਕਾਪੀ ਦੇ ਕੇ ਨਵਾਂ ਕਾਰਡ ਪ੍ਰਾਪਤ ਕਰ ਸਕਦੇ ਹਨ। ਹਫ਼ਤੇ ਵਿੱਚ ਘੱਟ ਤੋਂ ਘੱਟ 1 ਦਿਨ ਆ ਕੇ ਜ਼ਰੂਰ ਸੇਵਾ ਦੇ ਵਿੱਚ ਹਾਜ਼ਰੀ ਭਰੋ। ਜੋ 550 ਬੱਚੇ ਅਡਾਪਟ ਕੀਤੇ ਗਏ ਸਨ 550 ਸਾਲਾਂ ਤੇ ਸਕੂਲ ਦੁਬਾਰਾ ਖੁੱਲ੍ਹ ਚੁੱਕੇ ਨੇ। ਸੋ ਉਹਨਾਂ ਬੱਚਿਆਂ ਦੀ ਸੇਵਾ ਅੱਗੇ ਆਪਾਂ ਮੁੜ ਆਰੰਭ ਕਰੀਏ। ਇਹ ਉਹ ਬੱਚੇ ਨੇ ਜਾਂ ਤੇ ਜਿਨ੍ਹਾਂ ਦੇ ਮਾਤਾ ਪਿਤਾ ਨਹੀਂ ਹੈਗੇ, ਜਾਂ ਮਾਤਾ ਪਿਤਾ ਇਤਨੇ ਗਰੀਬ ਨੇ ਕਿ ਉਹ ਬੱਚਿਆਂ ਨੂੰ ਫੀਸਾਂ, ਕਿਤਾਬਾਂ, ਵਰਦੀਆਂ ਲੈ ਕੇ ਨਹੀਂ ਦੇ ਸਕਦੇ। ਵਿਦਿਆ ਮਨੁੱਖ ਦਾ ਤੀਸਰਾ ਨੇਤਰ ਹੈ। ਆਪਾਂ ਇਸ ਸੇਵਾ ਦੇ ਵਿੱਚ ਹਿੱਸਾ ਪਾਈਏ। ਜੋ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟੱਡੀਜ਼ ਰਕਾਬਗੰਜ ਸਾਹਿਬ ਬਣਿਆ ਹੈ, ਉੱਥੇ ਗੁਰੂ 9ਵੇਂ ਪਾਤਸ਼ਾਹ ਜੀ ਦੇ ਪਵਿੱਤਰ ਜੀਵਨ ਤੋਂ ਹੋਲੋਗ੍ਰਾਫਿਕ ਇੱਕ ਫਿਲਮ ਵਿਖਾਈ ਜਾਂਦੀ ਹੈ। ਆਪ ਜੀ ਜ਼ਰੂਰ ਉੱਥੇ ਪਰਿਵਾਰਾਂ ਸਹਿਤ ਆਓ। ਨਵਾਂ ਬਹੁਤ ਵੱਡਾ ਇੱਕ ਉਦਮ ਹੈ, ਯਤਨ ਹੈ, ਜਿਹੜਾ ਸਾਨੂੰ ਆਕਰਸ਼ਕ ਵੀ ਕਰੇਗਾ ਔਰ ਗੁਰੂ ਪਾਤਸ਼ਾਹ ਮਹਾਰਾਜ ਦੇ ਪਵਿੱਤਰ ਜੀਵਨ, ਸੱਚੇ ਪਾਤਸ਼ਾਹ ਦੇ ਇਤਿਹਾਸ ਤੋਂ ਸਾਨੂੰ ਜਾਣੂ ਵੀ ਕਰਾਏਗਾ। ਅਗਲੇ ਸਮੇਂ ਦੀ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗੁਰੂ ਰੂਪ ਗੁਰੂ ਪਿਆਰੀ ਸਤ ਸੰਗਤ ਜੀਓ, गुरु की कथा आरंभ करिए। आशीष बख्शो, गुरु फतेह प्रवान करो। वाहिगुरु जी का खालसा
ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਦੀ ਮੁਬਾਰਕ ਰਸਨਾ ਤੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਅਗੰਮੀ ਬੋਲ ਆਪ ਜੀ ਨੇ ਸ਼ਰਵਨ ਕੀਤੇ। ਇਹ ਉਹ ਬੋਲ ਹਨ ਜੋ ਬੈਰਾਗ ਦੇ ਨਾਲ ਭਰੇ ਹੋਏ ਹਨ। ਕੋਈ ਬਹੁਤ ਵੱਡੀ ਗੱਲ ਕਰਨੀ ਹੋਵੇ ਬਹੁਤ ਥੋੜ੍ਹੇ ਸ਼ਬਦਾਂ ਵਿੱਚ, ਜਾਂ ਗਾਗਰ ਦੇ ਵਿੱਚ ਸਾਗਰ ਭਰਨਾ ਹੋਵੇ ਤਾਂ ਇੱਕ ਬਹੁਤ ਵੱਡੀ ਕਲਾ ਚਾਹੀਦੀ ਹੈ, ਬਹੁਤ ਵੱਡੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਥੋੜ੍ਹੇ ਸ਼ਬਦਾਂ ਵਿੱਚ ਬਹੁਤ ਵੱਡੀ ਗੱਲ ਆਖੀ ਹੈ, ਅਤੇ ਉਸ ਬਾਣੀ ਦਾ ਸਿਰਲੇਖ ਹੈ ਸਲੋਕ ਮਹਿਲਾ 9। ਇਹ ਜੋ ਸਲੋਕ ਹੈ ਇਹ ਛੰਦ ਦਾ ਇੱਕ ਰੂਪ ਹੈ, ਜਿਸ ਦੇ ਵਿੱਚ ਗਤੀ ਹੈ, ਜਿਸ ਦੇ ਵਿੱਚ ਯਤੀ ਹੈ ਔਰ ਜਿਸ ਦੇ ਵਿੱਚ ਲਯ ਮੌਜੂਦ ਹੈ। ਇਹ ਛੰਦ ਦਾ ਇੱਕ ਰੂਪ ਹੈ ਸਲੋਕ। ਇਹਨਾਂ ਦੋ ਸਲੋਕਾਂ ਦੀ ਵਿਆਖਿਆ ਮੈਂ ਆਪ ਜੀ ਦੇ ਸਾਹਮਣੇ ਰੱਖਾਂ, ਅਤੇ ਉਸ ਤੋਂ ਪਹਿਲਾਂ ਕੁਝ ਖਿਆਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਆਪ ਜੀ ਦਾ ਜਦੋਂ ਰੂਹੇ ਜ਼ਮੀਂ 'ਤੇ ਆਉਣਾ ਹੋਇਆ, ਧੰਨ ਗੁਰੂ ਹਰਗੋਬਿੰਦ ਸਾਹਿਬ ਗੁਰਦੇਵ ਪਿਤਾ ਅਤੇ ਗੁਰਦੇਵ ਮਾਤਾ ਨਾਨਕੀ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਜੋ ਸਾਹਿਬਜ਼ਾਦੇ ਸਨ, ਬਾਬਾ ਗੁਰਦਿੱਤਾ ਜੀ, ਬਾਬਾ ਅਟਲ ਰਾਏ ਜੀ, ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਲ, ਧੰਨ ਗੁਰੂ ਤੇਗ ਬਹਾਦਰ ਸਾਹਿਬ ਅਤੇ ਬੀਬੀ ਵੀਰੋ ਜੀ। ਇਤਿਹਾਸ ਕਹਿੰਦਾ ਹੈ ਕਿ 5 ਪੁੱਤਰਾਂ ਨੇ ਹਰ ਰੋਜ਼ ਦਰਬਾਰ ਸਾਹਿਬ ਆ ਕੇ ਮੱਥਾ ਟੇਕਣਾ ਹੈ, ਅਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਅਕਾਲ ਤਖ਼ਤ ਸਾਹਿਬ 'ਤੇ ਸੁਸ਼ੋਭਿਤ ਆਉਂਦੇ ਸਨ, ਇਹ 5 ਸਾਹਿਬਜ਼ਾਦੇ ਜਾ ਕੇ ਨਮਸਕਾਰ ਕਰਦੇ ਸੀ, ਪਿਤਾ ਨੂੰ ਮੱਥਾ ਟੇਕਦੇ ਸੀ। ਇਹ 5 ਪੁੱਤਰ ਨਮਸਕਾਰ ਕਰਦੇ ਸੀ, ਅਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਰਿਆਂ ਨੂੰ ਪਿਆਰ ਦੇਣਾ, ਪਰ ਜਦੋਂ ਵਾਰੀ ਆਉਂਦੀ ਸੀ ਤੇਗ ਬਹਾਦਰ ਦੀ ਤਾਂ ਆਪ ਜੀ ਦਾ ਮੱਥਾ ਚੁੰਮਦੇ ਸਨ, ਮੱਥਾ ਚੁੰਮਦੇ ਸਨ। ਤਾਂ ਇੱਕ ਦਿਨ ਮਾਤਾ ਨਾਨਕੀ ਜੀ ਕਹਿੰਦੀ ਹੈ, ਸਵਾਮੀ ਜੀ, ਜਦੋਂ ਇਹ 5 ਦੇ 5 ਪੁੱਤਰ ਆਪ ਜੀ ਨੂੰ ਪਿਆਰੇ ਹਨ ਅਤੇ ਸਾਰਿਆਂ ਨੂੰ ਆਪ ਜੀ ਬਹੁਤ ਪਿਆਰ ਵੀ ਕਰਦੇ ਹੋ, ਪਰ ਤੇਗ ਬਹਾਦਰ ਦਾ ਮੱਥਾ ਚੁੰਮਦੇ ਹੋ, ਐਸਾ ਕਾਰਨ ਕੀ ਹੈ? ਕਾਰਨ ਕੀ ਹੈ? ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਨੇ, ਨਾਨਕੀ ਜੀ, ਜਿਸ ਸ਼ੀਸ਼ ਨੂੰ ਮੈਂ ਚੁੰਮਦਾ ਹਾਂ, ਇਹ ਸ਼ੀਸ਼ ਕੋਈ ਸਧਾਰਨ ਸ਼ੀਸ਼ ਨਹੀਂ ਹੈ, ਸਧਾਰਨ ਸ਼ੀਸ਼ ਨਹੀਂ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਸ ਸ਼ੀਸ਼ ਨੇ ਉਹ ਖੇਡ ਖੇਡਣੀ ਹੈ ਜੋ ਰੂਹੇ ਜ਼ਮੀਨ 'ਤੇ ਅਜੇ ਤੱਕ ਕਿਸੇ ਨੇ ਨਹੀਂ ਖੇਡੀ ਹੈ, ਕਿਸੇ ਨੇ ਨਹੀਂ ਖੇਡੀ। ਭਾਵ ਇਹ ਇਸ਼ਾਰਾ ਸੀ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਆਉਣ ਵਾਲੇ ਸਮੇਂ ਦੇ ਵਿੱਚ ਹਿੰਦੁਸਤਾਨ ਦੀ ਸੱਭਿਅਤਾ ਨੂੰ ਬਚਾਉਣ ਲਈ, ਹਿੰਦੁਸਤਾਨ ਦੀ ਸੰਸਕ੍ਰਿਤੀ ਨੂੰ ਬਚਾਉਣ ਲਈ ਬਹੁਤ ਵੱਡੀ ਕੁਰਬਾਨੀ ਦੇਣੀ ਹੈ, ਬਹੁਤ ਵੱਡੀ ਕੁਰਬਾਨੀ। ਔਰ ਜਦੋਂ ਵਕਤ ਆਇਆ, ਆਪ ਜੀ ਨੇ ਉਹ ਕੁਰਬਾਨੀ ਦਿੱਤੀ ਜੋ ਪਾਵਨ ਅਸਥਾਨ ਸ਼ੀਸ਼ ਗੰਜ ਸਾਹਿਬ।
ਅੱਜ ਵੀ ਹਰ ਇੱਕ ਦੀ ਜ਼ੁਬਾਨ 'ਤੇ ਬੋਲ ਚੱਲਦੇ ਨੇ, ਤੇਗ ਬਹਾਦਰ ਹਿੰਦ ਦੀ ਚਾਦਰ। ਮੈਨੂੰ ਕਿਸੇ ਨੇ ਸਵਾਲ ਕੀਤਾ, ਕਹਿਣ ਲੱਗੇ ਗਿਆਨੀ ਜੀ ਹਿੰਦ ਕੀ ਚਾਦਰ ਕਿਉਂ ਕਹਿੰਦੇ ਨੇ? ਤਾਂ ਆਪ ਜੀ ਨੂੰ ਖਬਰ ਹੈ ਕਿ ਹਿੰਦੁਸਤਾਨ ਦੀ ਸੱਭਿਅਤਾ, ਸੰਸਕ੍ਰਿਤੀ, ਆਨ ਅਤੇ ਸ਼ਾਨ ਨੂੰ ਬਚਾਉਣ ਲਈ ਜੋ ਆਪ ਜੀ ਨੇ ਆਪਣੀ ਸ਼ਹਾਦਤ ਦਿੱਤੀ ਹੈ, ਅਤੇ ਹਿੰਦੁਸਤਾਨ ਦੇ ਪਰਦੇ ਢਕੇ ਨੇ, ਪਰਦੇ ਢਕੇ ਨੇ, ਚਾਦਰ ਬਣ ਕੇ ਪਰਦੇ ਢਕੇ ਨੇ। ਮੈਨੂੰ ਇੱਕ ਗੁਰਮੁਖ ਪ੍ਰੇਮੀ ਕਹਿੰਦਾ ਹੈ, ਗਿਆਨੀ ਜੀ ਮੈਂ ਵਾਰ-ਵਾਰ ਇੱਕ ਗੱਲ ਕਹਿੰਦਾ ਪਰ ਮੇਰੀ ਗੱਲ ਕੋਈ ਨਹੀਂ ਸੁਣਦਾ, ਅਤੇ ਤੁਸੀਂ ਜ਼ਰੂਰ ਗੱਲ ਕਹਿਣਾ ਕਿ ਜੋ ਦਿੱਲੀ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ। ਤਾਂ ਮੈਂ ਉਸ ਨੂੰ ਅਰਜ਼ ਕੀਤੀ, ਆਪ ਜੀ ਕੀ ਕਹਿਣਾ ਚਾਹੁੰਦੇ ਹੋ? ਕਹਿਣ ਲੱਗੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਇੰਨੀ ਵੱਡੀ ਦੇਣ ਹੈ ਮਾਨਵਤਾ ਨੂੰ, ਇੰਨੀ ਵੱਡੀ ਦੇਣ, ਅਤੇ ਸਾਰੇ ਹੀ ਵਿਸ਼ਵ ਦੇ ਵਿੱਚ, ਵਰਲਡ ਦੇ ਵਿੱਚ ਇਹ ਗੱਲ ਗੂੰਜਣੀ ਚਾਹੀਦੀ ਹੈ ਕਿ ਦਿੱਲੀ ਦੀ ਧਰਤੀ ਜਿੱਥੇ ਗੁਰੂ ਤੇਗ ਬਹਾਦਰ ਨੇ ਸ਼ਹਾਦਤ ਦਿੱਤੀ ਹੈ, ਉੱਥੇ ਏਅਰਪੋਰਟ ਦਾ ਨਾਮ, ਇੰਟਰਨੈਸ਼ਨਲ ਏਅਰਪੋਰਟ ਦਾ ਨਾਮ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ਦੇ ਨਾਲ ਰੱਖਿਆ ਜਾਵੇ, ਕਿਉਂਕਿ ਬਹੁਤ ਵੱਡੀ ਦੇਣ ਗੁਰੂ ਤੇਗ ਬਹਾਦਰ ਸਾਹਿਬ ਦੀ। ਇਹ ਹਕੀਕਤ ਹੈ ਵਾਕਈ ਕਿ ਹਰ ਇੱਕ ਦੀ ਜ਼ੁਬਾਨ 'ਚੋਂ ਇਹ ਬੋਲ ਨਿਕਲਣ ਕਿ ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਏਅਰਪੋਰਟ। ਇਹਦਾ ਕਹਿੰਦੇ ਨੇ ਰਸਨਾ 'ਤੇ ਗੁਰੂ ਤੇਗ ਬਹਾਦਰ ਦਾ ਨਾਮ ਗੂੰਜੇ ਅਤੇ ਮਨੁੱਖ ਦੀ ਬੰਦ ਖਲਾਸੀ ਤਾਂ ਆਪਣੇ ਆਪ ਹੀ ਹੋ ਜਾਂਦੀ ਹੈ। ਤੋ ਤਿਆਗ ਦੀ, ਬੈਰਾਗ ਦੀ ਇੱਕ ਇਲਾਹੀ ਮੂਰਤੀ ਗੁਰੂ ਤੇਗ ਬਹਾਦਰ ਸਾਹਿਬ ਜੀ। ਹੁਣ ਬੈਰਾਗ ਕੀ ਹੈ, ਰਾਗ ਕੀ ਹੈ, ਵੀਤ ਰਾਗ ਕੀ ਹੈ, ਮੈਂ ਇਹਨਾਂ ਦੇ ਬਾਰੇ ਖਿਆਲ ਆਪ ਜੀ ਦੇ ਸਾਹਮਣੇ ਰੱਖਾਂ। ਰਾਗ ਉਸ ਨੂੰ ਕਹਿੰਦੇ ਨੇ ਜਿਹੜੀ ਸ਼ੈ ਸਾਨੂੰ ਆਪਣੇ ਵੱਲ ਖਿੱਚਦੀ ਹੈ, ਧਨ ਆਪਣੇ ਵੱਲ ਖਿੱਚਦਾ ਹੈ, ਇਹ ਰਾਗ ਹੈ। ਬਹੁਤ ਸੁੰਦਰ ਬੰਗਲਾ ਸਾਨੂੰ ਆਪਣੇ ਵੱਲ ਖਿੱਚਦਾ ਹੈ, ਇਹ ਰਾਗ ਹੈ। ਰੁਤਬਾ ਮਨੁੱਖ ਨੂੰ ਆਪਣੇ ਵੱਲ ਖਿੱਚਦਾ ਹੈ, ਇਹ ਰਾਗ ਹੈ। ਔਰ ਬੈਰਾਗ ਕਿਸ ਨੂੰ ਕਹਿੰਦੇ ਨੇ? ਕਹਿੰਦੇ ਨੇ ਕਿ ਜਿਹੜੀ ਚੀਜ਼ ਸਾਨੂੰ ਆਪਣੇ ਵੱਲ ਨਾ ਖਿੱਚੇ, ਉਸ ਨੂੰ ਕਹਿੰਦੇ ਨੇ ਹੁਣ ਇਸ ਨੂੰ ਤਾਂ ਬੈਰਾਗ ਆ ਗਿਆ। ਨਾ ਇਸ ਨੂੰ ਧਨ ਆਪਣੇ ਵੱਲ ਖਿੱਚਦਾ ਹੈ, ਨਾ ਰੁਤਬਾ ਇਸ ਨੂੰ ਆਪਣੇ ਵੱਲ ਖਿੱਚਦਾ ਹੈ, ਨਾ ਦੁਨੀਆ ਦੇ ਪਦਾਰਥ ਇਸ ਨੂੰ ਆਪਣੇ ਵੱਲ ਖਿੱਚਦੇ ਨੇ, ਅਤੇ ਉਹਨਾਂ ਦਾ ਜਿਹੜਾ ਖਿਚਾਵ ਹੈ ਉਹ ਖਤਮ ਹੋ ਗਿਆ। ਹੁਣ ਇਹ ਬੰਦਾ ਬੈਰਾਗੀ ਹੈ, ਬੈਰਾਗੀ। ਜਾਂ ਇਸ ਨੂੰ ਮੈਂ ਇਸ ਤਰ੍ਹਾਂ ਵੀ ਕਹਿ ਦੇਵਾਂ ਕਿ ਰੁੱਖ ਤੋਂ ਪੰਛੀ ਉੜੇ ਹਨ, ਚੋਗੇ ਵਾਸਤੇ ਇਹ ਰਾਗ ਹੈ। ਜਦੋਂ ਸੰਧਿਆ ਵੇਲੇ ਪੰਛੀ ਵਾਪਿਸ ਲੌਟਦੇ ਨੇ ਆਪਣੇ ਠਿਕਾਣੇ 'ਤੇ, ਇਹ ਬੈਰਾਗ ਹੈ, ਇਹ ਬੈਰਾਗ। ਜਦੋਂ ਮਨੁੱਖ ਦੁਨੀਆ ਦੇ ਪਦਾਰਥਾਂ ਵੱਲ ਭੱਜਦਾ ਹੈ, ਇਹ ਰਾਗ ਹੈ। ਔਰ ਜਦੋਂ ਮਨੁੱਖ ਆਪਣੇ ਘਰ ਲੌਟਦਾ ਹੈ, ਅੰਤਰਮੁਖੀ ਹੁੰਦਾ ਹੈ, ਇਹ ਬੈਰਾਗ ਹੈ। ਆਪਣੇ ਘਰ ਲੌਟਣਾ, ਆਪਣੇ ਨਿੱਜ ਘਰ ਦੇ ਵਿੱਚ ਆਉਣਾ, ਇਸ ਨੂੰ ਬੈਰਾਗ ਕਹਿੰਦੇ ਨੇ। ਮੈਂ ਆਪ ਜੀ ਨੂੰ ਅਰਜ਼ ਕਰਾਂ, ਸਾਡੇ ਜੀਵਨ ਵਿੱਚ ਸੰਗੀਤ ਕਿਉਂ ਖੋ ਗਿਆ? ਕਿਉਂਕਿ ਅਸੀਂ ਵੈਰਾਗੀ ਨਹੀਂ ਹੋ ਪਾਏ। ਸਾਡੇ ਜੀਵਨ ਦੇ ਵਿੱਚ ਸੁੱਖ ਕਿਉਂ ਖਤਮ ਹੋ ਗਿਆ? ਕਿਉਂਕਿ ਅਸੀਂ ਬੈਰਾਗੀ ਨਹੀਂ ਹੋ ਪਾਏ, ਆਪਣੇ ਘਰ ਨਹੀਂ ਲੌਟੇ। ਸਾਡੇ ਜੀਵਨ ਦੇ ਵਿੱਚ ਬਸੰਤ ਕਿਉਂ ਨਹੀਂ ਆਇਆ? ਕਿਉਂਕਿ ਅਸੀਂ ਆਪਣੇ ਘਰ ਨਹੀਂ ਲੌਟੇ। ਔਰ ਗੁਸਤਾਖੀ ਮਾਫ, ਇਹ ਗੱਲ ਵੀ ਮੈਨੂੰ ਕਹਿਣ ਦੇਣਾ, ਬੇਸ਼ੱਕ ਅਸੀਂ ਗੁਰਬਾਣੀ ਗਾ ਗਾ ਕੇ ਅਸੀਂ ਕਹਿੰਦੇ ਹਾਂ ਕਿ ਬਸੰਤ ਰੁੱਤ ਆ ਗਈ ਹੈ, ਕਹਿ ਦਿੰਦੇ ਹਾਂ। ਬਸੰਤ ਦੇ ਰਾਗ ਪੜ੍ਹੇ ਜਾਂਦੇ ਨੇ, ਬਸੰਤ ਦੇ ਸ਼ਬਦ ਪੜ੍ਹੇ ਜਾਂਦੇ ਨੇ, ਪਰ ਪ੍ਰਕਿਰਤੀ ਦੇ ਵਿੱਚ ਬਸੰਤ ਤਾਂ ਕਿਤਨੀ ਦਫਾ ਆਏ ਅਤੇ ਕਿਤਨੀ ਦਫਾ ਚਲੇ ਵੀ ਗਏ, ਚਲੇ ਵੀ ਗਏ।
हर साल बसंत ने लौटना है, फिर चले जाना है। बसंत ने फिर आना है, फिर चले जाना है। पर गुरु साहिब महाराज कहते ने, ऐ पुरखा, तेरे जीवन विच बसंत कद आएगा, कद आएगा? क्योंकि तेरे जीवन दे विच तां निरा पतझड़ ही पतझड़ है, पतझड़ ही पतझड़। बसंत चाहिदा है, बसंत। मैनूं एक छोटी जी गल याद आ गई। गुजरात भावनगर की गल है। सिंधी समाज गुरुद्वारा उत्थे एक प्रेमी सलोक महला नवां दा पाठ कर रहा सी। सिंधी नौजवान भाई दलीप नाम से उहदा। यकीन मनना, इस तरह सलोक महला नवां दा पाठ करदा पिया है कि जिवें धन गुरु तेग बहादुर साहब उहदे सामने बैठे ने ते उसनूं सुना रहा है। इतनी आनंद, इतनी मौज, इतनी मस्ती दे विच मैं हैरान हो गया तो मैनूं कुछ ना कुछ कहना पिया उहदे बारे कि वाकई कितना सिदक है, कितना प्यारा जीवन है और किस तरह के बोल चलते हैं, किस तरह के। फिर मैनूं एक प्रेमी पुछदा है, कथावाचक है, शांति बाई नाम है, कथावाचक है, सिंधी है। कहता है, ज्ञानी जी, साडे शरीर दे अंदर एक हीटर चलता है, एक ऐसी चलता है। थोड़ा ध्यान दे नाल सुनना। साडे शरीर विच हीटर भी चलता है तो ऐसी भी चलता है। मैं पूछ बैठा, हीटर कैसा है, ऐसी किस तरह का है? कहने लगे, ज्ञानी जी, जे किधरे कोई तारीफ कर दे साडी तो अंदर ऐसी चल पैंदा है। जे किधरे कोई निंदा कर दे साडी तो अंदर हीटर चल पैंदा है, हीटर चल पैंदा है। तो मैं उसनों अर्ज की थी कि बेशक साडे अंदर हीटर भी है, ऐसी भी है, पर स्वच्छ तुसी उहदा अपने हथ विच रखो, अपने कोल रखो, दूजे दे हथ विच ना दवो, अपने हथ विच रखो, साधना करके, अभ्यास करके। जिन्हां दे जीवन विच बैराग दा जन्म हो गया, गुरु तेग बहादुर साहब त्याग बैराग दी मूर्ति ने। इन्हां दोवां नूं समझ लेना, ये दोवें शब्द किस तरह दे ने। जीवन दे विच बैराग नहीं है, मनुख त्यागी बन ही नहीं सकता। जे मनुख कोशिश करे कि मैं त्यागी पहला बन जावां, बैरागी बाद विच बना, फिर वो त्यागी नहीं बन सकता, नहीं बन सकता। एक छोटा जिहा उदाहरण आप जी दे मैं सामने रखा। एक मनुख कहता है, बड़ी सभा दे विच मैं बहुत वड्डा त्यागी हाँ। तो किसी ने पूछ लिया, सबूत की है? कहने लगे, मैं 5 साल पहला 5 लाख रुपए नूं मैं लत मार दी सी, दान दे दिता सी, मैं बहुत वड्डा त्यागी हाँ। तो छोटा जिहा बालक उठ के कहता है, लगता है लत चंगी तरह नहीं लगी। कहना चंगी तरह नहीं लगी, जे लत चंगी तरह लगी होंदी तो तू भुल जांदा, पर लत तेरी उत्थे चमड़ी होई हाले तक 5 लाख दे नाल। जे जीवन विच बैराग है तो त्याग है, जे जीवन विच बैराग नहीं है तो त्याग भी नहीं हो सकता। धन गुरु तेग बहादुर साहिब जिथे बैरागी हन, उत्थे आप जी त्यागी भी हन। त्यागी भी, महान त्यागी, महान बैरागी। लोग त्यागी बनन वास्ते जंगलों में भटकते हैं, पर गुरु तेग बहादुर साहिब महाराज की कहते ने नहीं, काहे रे बन खोजन जाई, सरब निवासी सदा अलेपा, तो ही संग समाई। वो तो तेरे कोल बैठा हुआ है, तेरे कोल बैठा है। हुण असीं सारियां ने कहना है, जे साडे कोल बैठा होया है तो फिर सानू खबर क्यों नहीं आती। तो एक आलम कहता है कि दिल के आईने में है तस्वीर यार, जब जी चाहा गर्दन झुकाई और देख लिया। पर मनुख दी गर्दन नहीं झुकदी
ਮਨੁੱਖ ਕਹਿੰਦਾ ਹੈ ਮੈਂ ਵੱਡਾ, ਮੈਂ ਸੀ ਵੱਡਾ, ਮੈਂ ਹੀ ਵੱਡਾ ਹੋਵਾਂ, ਮੈਂ ਹੀ ਵੱਡਾ ਹਾਂ। ਬਸ ਮੈਂ ਕਰਕੇ ਮਨੁੱਖ ਦਾ ਜੀਵਨ ਗੁਸਤਾਖੀ ਮਾਫ ਤਬਾਹ ਹੋ ਗਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜੇ ਇਲਾਹੀ ਬੋਲ ਹਨ, ਆਪ ਜੀ ਨੇ ਸ਼ਰਵਨ ਕੀਤੇ ਨੇ। 2 ਸਲੋਕ ਜਿਨ੍ਹਾਂ ਦੀ ਵਿਚਾਰਧਾਰਾ ਆਪ ਜੀ ਦੇ ਮੈਂ ਸਾਹਮਣੇ ਰੱਖਾਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ, ਜਗ ਰਚ ਨਾਮ ਸਭ ਝੂਠ ਹੈ। ਜਿਹੜੀ ਜਗਤ ਦੀ ਰਚਨਾ ਹੈ, ਜਿਹਦੇ ਵਿੱਚ ਮਨੁੱਖ ਵੀ ਹਨ, ਜਿਹਦੇ ਵਿੱਚ ਪਸ਼ੂ ਵੀ ਹਨ, ਜਿਹਦੇ ਵਿੱਚ ਪੰਛੀ ਵੀ ਹਨ, ਜਿਹਦੇ ਵਿੱਚ ਬਨਸਪਤੀ ਵੀ ਹੈ, ਜਿਹਦੇ ਵਿੱਚ ਬਹੁਤ ਕਿਸਮ ਦੇ ਜੀਵ ਹਨ, ਬਹੁਤ ਕਿਸਮ ਦੇ, ਤੇ ਇਹਨਾਂ ਸਾਰਿਆਂ ਵੱਲ ਇਸ਼ਾਰਾ ਕਰਕੇ ਆਪ ਜੀ ਕਹਿੰਦੇ ਨੇ ਜਗ ਰਚਨਾ ਸਭ ਝੂਠ ਹੈ। ਫਿਰ ਸੱਚ ਕੀ ਹੈ? ਜੇ ਜਗ ਰਚਨਾ ਝੂਠ ਹੈ ਤਾਂ ਫਿਰ ਸੱਚ ਕੀ ਹੈ? ਤਾਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਬੋਲ ਆਪ ਕਹਿੰਦੇ ਨੇ ਕਿ ਸੱਚ ਉਹ ਇੱਕ ਹੈ। ਝੂਠ ਕੀ ਹੈ? ਤਾਂ ਸਾਹਿਬ ਬਾਣੀ ਦੇ ਵਿੱਚ ਕਹਿੰਦੇ ਨੇ, ਖੂਬ 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 ਤੇਰੋ ਨਾਮ, ਝੂਠ 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 ਦੋਨੇ ਗੁਮਾਨ। ਝੂਠ ਕੀ ਹੈ? ਜਗਤ ਅੱਜ ਹੈ ਕੱਲ ਨਹੀਂ ਹੋਵੇਗਾ, ਰੁਤਬਾ ਅੱਜ ਹੈ ਕੱਲ ਨਹੀਂ ਹੋਵੇਗਾ, ਜਵਾਨੀ ਅੱਜ ਹੈ ਕੱਲ ਨਹੀਂ ਹੋਵੇਗੀ, ਕਿਉਂਕਿ ਸਾਡੇ ਕੋਲ ਬਚਪਨਾ ਸੀ, ਆਇਆ ਤੇ ਚਲਾ ਗਿਆ, ਜਵਾਨੀ ਆ ਗਈ। ਫਿਰ ਸਾਡੇ ਕੋਲ ਜਵਾਨੀ ਆਈ, ਜਵਾਨੀ ਵੀ ਚਲੀ ਗਈ, ਬੁਢੇਪਾ ਆ ਗਿਆ। ਔਰ ਗੁਸਤਾਖੀ ਮਾਫ, ਜਦੋਂ ਜਵਾਨੀ ਨਹੀਂ ਰਹੀ, ਬੁਢੇਪਾ ਆਇਆ, ਤਾਂ ਬੁਢੇਪੇ ਨੇ ਵੀ ਨਹੀਂ ਰਹਿਣਾ, ਇਸ ਨੇ ਵੀ ਖਤਮ ਹੋ ਜਾਣਾ ਹੈ, ਖਤਮ ਹੋ ਜਾਣਾ। ਫਿਰ ਸੱਚ ਕੀ ਹੈ? ਮੈਨੂੰ ਇੱਕ ਛੋਟੀ ਜਿਹੀ ਗੱਲ ਯਾਦ ਆ ਗਈ ਰਾਜਾ ਜਨਕ ਦੀ। ਆਪ ਜੀ ਦੀ ਸਭਾ ਦੇ ਵਿੱਚ ਬਹੁਤ ਆਲਮ ਫਾਜ਼ਲ ਯਾਫਤਾ ਬੈਠੇ ਹੁੰਦੇ ਸੀ। ਅੱਜ ਆਪ ਜੀ ਨੇ ਵਿਦਵਾਨਾਂ ਦੇ ਸਾਹਮਣੇ, ਰਿਸ਼ੀਆਂ ਦੇ ਸਾਹਮਣੇ ਆਪਣਾ ਇੱਕ ਸਵਾਲ ਰੱਖਿਆ ਹੈ। ਸਵਾਲ ਕੀ ਰੱਖਿਆ ਕਿ ਮੈਨੂੰ ਇੱਕ ਸੁਪਨਾ ਆਇਆ ਹੈ, ਔਰ ਉਸ ਸੁਪਨੇ ਵਿੱਚ ਮੈਂ ਕੀ ਦੇਖਿਆ ਕਿ ਮੈਂ ਸਿੰਘਾਸਨ 'ਤੇ ਬੈਠਾ ਹੋਇਆ, ਸੋਨੇ ਦਾ ਸਿੰਘਾਸਨ ਹੈ, ਬੈਠਾ ਹੋਇਆ, ਅਤੇ ਸਿੰਘਾਸਨ 'ਤੇ ਬੈਠੇ ਬੈਠੇ ਹੀ ਨੀਂਦ ਨੇ ਘੇਰ ਲਿਆ। ਔਰ ਸੁਪਨਾ ਕੀ ਦੇਖਿਆ ਕਿ ਮੈਂ ਭਿਖਾਰੀ ਹੋ ਗਿਆ, ਭਿਖਾਰੀ। ਨਰਪਤ ਏਕ ਸਿੰਘਾਸਨ ਸੋਇਆ, ਸਪਨੇ ਭਇਆ ਭਿਖਾਰੀ। ਅਛਤ ਰਾਜ ਬਿਚਰਤ ਦੁਖ ਪਾਇਆ, ਸੋਗਤ ਭਈ ਹਮਾਰੀ। ਹੁਣ ਇਸ ਸੁਪਨੇ ਦੀ ਇਹ ਵਿਆਖਿਆ ਕਰਨੀ ਹੈ ਕਿ ਮੈਂ ਸਿੰਘਾਸਨ 'ਤੇ ਬੈਠਾ ਸੀ, ਸੋਨੇ ਦਾ ਸਿੰਘਾਸਨ, ਔਰ ਬਾਦਸ਼ਾਹ ਬਣ ਕੇ ਬੈਠਾ ਸੀ। ਫਿਰ ਗਹਿਰੀ ਨਿੰਦਰਾ ਦੇ ਵਿੱਚ ਮੈਂ ਭਿਖਾਰੀ ਬਣ ਜਾਨਾ। ਅਤੇ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਮੇਰਾ ਸਿੰਘਾਸਨ ਸੱਚਾ ਹੈ ਜਾਂ ਸੁਪਨਾ ਸੱਚਾ ਹੈ? ਇਹਨਾਂ ਦੋਵਾਂ ਦੀ ਵਿਆਖਿਆ ਕਰਨੀ। ਹੁਣ ਉੱਥੇ ਸਾਰੇ ਰਿਸ਼ੀ ਬੈਠੇ ਹੋਏ ਨੇ, ਬ੍ਰਹਮ ਰਿਸ਼ੀ ਬੈਠੇ ਹੋਏ ਨੇ, ਰਾਜ ਰਿਸ਼ੀ ਬੈਠੇ ਹੋਏ ਨੇ, ਸਾਰਿਆਂ ਦੇ ਵੱਖਰੇ ਵੱਖਰੇ ਜਵਾਬ, ਵੱਖਰੇ ਵੱਖਰੇ ਜਵਾਬ। ਉਹਨਾਂ ਰਿਸ਼ੀਆਂ ਦੇ ਵਿੱਚ ਬੈਠਾ ਹੋਇਆ ਇੱਕ ਰਿਸ਼ੀ ਪੁੱਤਰ, ਜਿਹਦਾ ਨਾਮ ਸੀ ਅਸ਼ਟਾਵਕਰ, ਉਹ ਕਹਿੰਦਾ ਹੈ, ਐ ਰਾਜਨ, ਜੇ ਇਜਾਜ਼ਤ ਹੋਵੇ ਤਾਂ ਮੈਂ ਇਸ ਸੁਪਨੇ ਦੀ ਵਿਆਖਿਆ ਕਰਾਂ। ਹਾਂ, ਜ਼ਰੂਰ ਕਰੋ। ਅਸ਼ਟਾਵਕਰ ਕਹਿੰਦਾ ਹੈ ਕਿ ਜਿਹੜਾ ਸੋਨੇ ਦਾ ਸਿੰਘਾਸਨ ਹੈ ਔਰ ਆਪ ਜੀ ਦੇ ਕੋਲ ਰਾਜ ਹੈ, ਔਰ ਫਿਰ ਸੁਪਨਾ ਦੇਖਿਆ ਅਤੇ ਤੁਸੀਂ ਭਿਖਾਰੀ ਹੋ ਗਏ ਸੁਪਨੇ ਵਿੱਚ। ਨਾ ਤੇਰਾ ਰਾਜ ਸੱਚਾ ਹੈ, ਨਾ ਤੇਰਾ ਸੁਪਨਾ ਸੱਚਾ ਹੈ। ਤੇਰਾ ਸੁਪਨਾ ਵੀ ਝੂਠ ਹੈ, ਤੇਰਾ ਰਾਜ ਵੀ ਝੂਠ ਹੈ, ਤੇਰਾ ਸਿੰਘਾਸਨ ਵੀ ਝੂਠ ਹੈ। ਹੱਦ ਹੋ ਗਈ।
एक फकीर और युग दे एक ऐसे बादशाह नूं कह रहा है तेरा राज भी झूठ है, तेरा सपना भी झूठ है। बहुत वड्डी ताकत चाहिदी है किसी नूं कहण दी गल। फुੱਲ नूं फुੱਲ कहण दी ताकत चाहिदी है और कंडे नूं कंडा कहण दी ताकत चाहिदी है। नहीं तो गुस्ताखी माफ़, बहुती वार तो असीं कंडे नूं ही फुੱਲ आखी जाने आ, है कंडा पर कहंदे आ फुੱਲ है, फुੱਲ है, फुੱਲ है। और जिहड़ा फुੱਲ है उसनों कंडा आखी जा रहे हैं, ये कंडा है, ये कंडा है। तो मजबूरन कई दफ़ा मैनूं कहना पै जाता है कि फुੱਲ नूं कंडा कह देना ये फुੱਲ दी निंदा है, फुੱਲ दी तौहीन है। और कंडे नूं फुੱਲ कह देना ये कंडे दी तारीफ है, ये कंडे दी सिफतो सलाह है। जदों कि नहीं करनी चाहिए, कंडा कंडा है, फुੱਲ फुੱਲ है। अष्टावक्र कहंदा है ऐ जनक तेरा राज भी सुपना है, तेरा सपना भी सुपना झूठा है, दोनों झूठे ने। ते जनक कहंदा है फिर सच की है? तो अष्टावक्र कहंदा है सच तो एक ही है, आद सच जुगाद सच है भी सच, नानक होसी भी सच। जो कल भी सी, जो परसों भी सी, जो अज भी है, जो कल भी होवेगा, बस वही सच है, बाकी सब झूठ है, सब झूठ है। गुरु तेग बहादुर साहिब महाराज कहते ने जग रचना सब झूठ है, क्योंकि आप जी बैराग दे विच हन। बैरागी मनुख दी ये एक बहुत वड्डी विशेषता होंदी है। किहड़ी विशेषता? कि वो धन नूं सपना समझदा है, धर्म नूं सच समझदा है। मकान नूं सपना समझदा है, मंदिर नूं सच समझदा है। पदार्थां नूं सपना समझदा है, परमात्मा नूं सच समझदा है। ये धार्मिक पुरुष की निशानी। और जिहड़ा मनुख पूर्ण तौर पर संसारी है, गुस्ताखी माफ़, वो धन नूं सच समझदा है, वो धर्म नूं तां सपने समझदा है। वो पदार्थों नूं ही सच समझदा है, परमात्मा नूं तां कहंदा है तो सपना है, होर कुछ भी नहीं है, इस तो वध कुछ भी नहीं है। धन ही सब कुछ है, धर्म तां एक सपना है। और यही कारण है कि संसारियों दी ते भगतां दी संगत नहीं हो पाई। सतवादी ते सत्तावादी दी संगत नहीं हो पाई। आदि काल तो ही टाकरा चलता आ रहा है, आदि काल तो। फिर वो टाकरा भावें रामचंद्र दा ते रावण दा, एक सतवादी दूजा सत्तावादी। फिर टाकरा श्री कृष्ण जी महाराज दा ते कंश दा, एक सतवादी है, दूजा सत्तावादी है। फिर टाकरा धन गुरु नानक पातशाह दा ते बाबर दा, एक सतवादी है, दूजा सत्तावादी है। फिर टाकरा धन गुरु अर्जन देव साहिब दा ते जहांगीर दा, एक सतवादी है, दूजा सत्तावादी है। फिर टाकरा धन गुरु गोबिंद सिंह महाराज दा औरंगजेब नाल, एक सतवादी है, एक सत्तावादी है। दोवां दा टाकरा चलदा आया है आदि काल तो, आदि काल तो। और देखण विच फिर की आया, बाहरों जे देखिए तो इस तरह लगता है, बाहरों देखिए तो कि सत्तावादी दी जित हुई है तो सतवादी दी हार हुई है। बाहरों देखण नाल इस तरह लगता है, पर धन गुरु ग्रंथ साहिब दे बोल की कहंदे ने, कूड़ निखोटै नानका ओढ़क सच रही, सच रही। तो धन गुरु तेग बहादुर साहिब दी रसना चों जो बोल हन, आप जी कहंदे ने धन तां सुपना है, धर्म ही हकीकत है। दुनिया दे तमाम पदार्थ सपना है, परमात्मा ही हकीकत है। साडे कोल बने हुए महल मकान ये तां सपना ही है, हकीकत तो मंदिर ही है, हकीकत तो परमात्मा ही है।
ਤੋ ਆਪ ਜੀ ਕਹਿੰਦੇ ਨੇ ਜਗ ਰਚਨਾ ਸਭ ਝੂਠ ਹੈ, ਜਾਨ ਲਿਹੋ ਰੇ ਮੀਤ। ਐ ਮਿੱਤਰੋ, ਐ ਸਜਣੋ, ਜਗਤ ਦੀ ਰਚਨਾ ਝੂਠ ਹੈ, ਝੂਠ ਹੈ। ਝੂਠ ਇਸ ਕਰਕੇ ਅੱਜ ਹੈ, ਕੱਲ ਨਹੀਂ ਹੋਵੇਗਾ। ਅੱਜ ਨਹੀਂ ਹੈ, ਕੱਲ ਹੋਵੇਗਾ। ਝੂਠ ਹੈ। ਔਰ ਸੱਚ ਉਹ ਹੈ ਜੋ ਕੱਲ ਵੀ ਸੀ, ਅੱਜ ਵੀ ਹੈ, ਕੱਲ ਵੀ ਹੋਵੇਗਾ। ਸੱਚ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ, ਜੇ ਜਗ ਰਚਨਾ ਝੂਠ ਹੈ ਤਾਂ ਫਿਰ ਕਿਸ ਤਰ੍ਹਾਂ ਝੂਠ ਹੈ? ਕਹੇ ਨਾਨਕ ਥਿਰ ਨਾ ਰਹੇ, ਜਿਉਂ ਬਾਲੂ ਕੀ ਭੇਂਤ। ਕਹੇ ਨਾਨਕ ਥਿਰ ਨਾ ਰਹੇ। ਜਿਵੇਂ ਬਾਲੂ ਮਿੱਟੀ, ਰੇਤੀਲੀ ਮਿੱਟੀ, ਅਤੇ ਉਹਦੇ ਵਿੱਚ ਪਾਣੀ ਪਾ ਕੇ ਅਤੇ ਇੱਕ ਦੀਵਾਰ ਸ਼ੁਰੂ ਕੀਤੀ ਹੈ। ਜਿਵੇਂ ਜਿਵੇਂ ਉਹਦੇ ਵਿੱਚੋਂ ਪਾਣੀ ਸੁੱਕ ਗਿਆ, ਉਹ ਦੀਵਾਰ ਢਹਿ ਗਈ, ਖਤਮ ਹੋ ਗਈ। ਕਹੇ ਨਾਨਕ ਥਿਰ ਨਾ ਰਹੇ। ਥਿਰ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ। ਇਹ ਪੰਕਤੀ ਇੱਕ ਮੌਲਵੀ ਮੈਨੂੰ ਸੁਣਾ ਰਿਹਾ ਸੀ। ਕਹਿਣ ਲੱਗੇ, ਗਿਆਨੀ ਜੀ ਤੁਸੀਂ ਮੈਨੂੰ 5 ਮਿੰਟ ਦੇਵੋ, ਜੋ ਮੈਂ ਆਪਣੀ ਅੱਖਾਂ ਨਾਲ ਦੇਖਿਆ ਮੈਂ ਆਪ ਜੀ ਨੂੰ ਸੁਣਾਨਾ। ਮੌਲਵੀ ਸੀ ਅਤੇ ਮੈਨੂੰ ਕਹਿੰਦਾ ਹੈ, ਮੈਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਪੜ੍ਹਦਾ। ਤਾਂ ਮੈਂ ਕਿਹਾ ਬਹੁਤ ਚੰਗੀ ਗੱਲ ਹੈ। ਅਤੇ ਉਸਨੇ ਜਿਹੜੀ ਮੈਨੂੰ ਗੱਲ ਸੁਣਾਈ, ਮੈਂ ਹੈਰਾਨ ਹੋ ਗਿਆ ਗੱਲ ਸੁਣ ਕੇ। ਆਪ ਜੀ ਦੇ ਮੈਂ ਸਾਹਮਣੇ ਰੱਖਾਂ, ਗੱਲ ਪਕੜ ਵਿੱਚ ਆਏ। ਕਿਉਂਕਿ ਪੰਕਤੀ ਹੈ, ਕਹੇ ਨਾਨਕ ਥਿਰ ਨਾ ਰਹੇ, ਕਿ ਥਿਰ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ। ਸਾਡਾ ਸਰੀਰ ਹੈ, ਸਰੀਰ ਦੇ ਵਿੱਚੋਂ ਰੂਹ ਨਿਕਲ ਗਈ, ਸਰੀਰ ਮਿੱਟੀ ਦਾ ਮਿੱਟੀ ਹੈ, ਖਤਮ ਹੋ ਗਿਆ। ਅਤੇ ਉਹ ਮੌਲਵੀ ਜਿਹੜੀ ਮੈਨੂੰ ਗੱਲ ਸੁਣਾ ਰਿਹਾ ਸੀ, ਕਹਿਣ ਲੱਗੇ, ਗਿਆਨੀ ਜੀ ਮੈਂ ਕਿਸੇ ਥਾਂ 'ਤੇ ਗਿਆ ਤਾਂ ਉੱਥੇ ਮੈਨੂੰ ਰਾਤ ਪੈ ਗਈ। ਮੈਂ ਕਿਸੇ ਨੂੰ ਪੁੱਛ ਲਿਆ, ਇੱਥੇ ਕੋਈ ਐਸਾ ਮਨੁੱਖ ਹੈ ਜਿਹੜਾ ਧਾਰਮਿਕ ਪੁਰਸ਼ ਹੋਵੇ, ਮੈਂ ਉਹਦੇ ਘਰ ਰਾਤ ਬਤੀਤ ਕਰਨੀ ਹੈ। ਅਤੇ ਮੈਨੂੰ ਕਿਸੇ ਨੇ ਕਿਹਾ, ਹਾਂ ਇੱਕ ਘਰ ਹੈ ਜੋ ਧਾਰਮਿਕ ਵੀ ਹੈ, ਧਨਵਾਨ ਵੀ ਹੈ ਔਰ ਸ਼ੁਕਰਗੁਜ਼ਾਰ ਵੀ ਹੈ। ਕਿਉਂਕਿ ਕਈ ਮਨੁੱਖ ਧਨੀ ਹਨ, ਜ਼ਰੂਰੀ ਨਹੀਂ ਕਿ ਉਹ ਧਾਰਮਿਕ ਵੀ ਹੋਣ, ਔਰ ਜਿਹੜੇ ਧਾਰਮਿਕ ਹਨ ਜ਼ਰੂਰੀ ਨਹੀਂ ਉਹਨਾਂ ਦੇ ਕੋਲ ਧਨ ਵੀ ਹੋਵੇ। ਪਰ ਗੁਸਤਾਖੀ ਮਾਫ, ਧਾਰਮਿਕ ਵੀ ਹਨ, ਧਨ ਵੀ ਹੋਵੇ, ਜ਼ਰੂਰੀ ਨਹੀਂ ਹੈ ਕਿ ਉਹਨਾਂ ਦੀ ਰਸਨਾ ਤੋਂ ਸ਼ੁਕਰਾਨੇ ਦੇ ਬੋਲ ਨਿਕਲਦੇ ਹੋਣ। ਬਹੁਤ ਥੋੜ੍ਹੇ ਹਨ ਜਿਹੜੇ ਕਹਿੰਦੇ ਨੇ, ਐ ਪ੍ਰਭੂ ਤੇਰਾ ਸ਼ੁਕਰ ਹੈ, ਤੇਰਾ ਸ਼ੁਕਰ ਹੈ। ਤਾਂ ਮੈਨੂੰ ਕਿਸੇ ਨੇ ਕਿਹਾ, ਮੌਲਵੀ ਜੀ ਕਹਿਣ ਲੱਗੇ ਕਿ ਇੱਥੇ ਇੱਕ ਮਨੁੱਖ ਹੈ, ਧਾਰਮਿਕ ਵੀ ਹੈ, ਧਨੀ ਵੀ ਹੈ, ਸ਼ੁਕਰਗੁਜ਼ਾਰ ਵੀ ਹੈ। ਮੈਂ ਉਹਦੇ ਘਰ ਚਲਾ ਗਿਆ। ਉਹਨਾਂ ਦੇ ਘਰ ਬਾਹਰ ਪੰਕਤੀ ਲਿਖੀ ਸੀ ਗੁਰੂ ਨਾਨਕ ਸਾਹਿਬ ਦੀ, ਗੁਰੂ ਤੇਗ ਬਹਾਦਰ ਸਾਹਿਬ ਦੀ। ਪੰਕਤੀ ਕੀ ਲਿਖੀ ਸੀ? ਕਹੇ ਨਾਨਕ ਥਿਰ ਨਾ ਰਹੇ, ਜਿਉਂ ਬਾਲੂ ਕੀ ਭੇਂਤ। ਮੈਨੂੰ ਲੰਗਰ ਛਕਾਇਆ ਤਾਂ ਮੇਰੀ ਰਸਨਾ 'ਚੋਂ ਬੋਲ ਨਿਕਲੇ ਕਿ ਖੁਦਾ ਨੇ ਤੈਨੂੰ ਬਹੁਤ ਦਿੱਤਾ ਹੈ, ਤੈਨੂੰ ਖੁਦਾ ਹੋਰ ਦਵੇ, ਹੋਰ ਦਵੇ। ਅਤੇ ਉਹ ਮਨੁੱਖ ਕੀ ਕਹਿੰਦਾ ਹੈ? ਕਹਿੰਦਾ, ਮੌਲਵੀ ਜੀ ਉਹ ਪੰਕਤੀ ਦੇਖੋ ਕੀ ਲਿਖਿਆ ਹੋਇਆ ਹੈ, ਜਿਤਨਾ ਕੁਛ ਅੱਜ ਮੇਰੇ ਕੋਲ ਹੈ ਇਸਨੇ ਵੀ ਨਹੀਂ ਰਹਿਣਾ, ਕਹੇ ਨਾਨਕ ਥਿਰ ਨਾ ਰਹੇ। ਇੱਕ ਨਾ ਇੱਕ ਦਿਨ ਚਲਾ ਜਾਏਗਾ। ਕਹਿੰਦੇ ਨੇ ਮੇਰੇ ਅੰਦਰੋਂ ਆਵਾਜ਼ ਆਉਂਦੀ ਹੈ, ਮੌਲਵੀ ਜੀ ਸਾਧਨਾ ਤਾਂ ਤੂੰ ਕਰਦਾ ਹੈ, ਪਰ ਅਸਲੀ ਸੰਤ ਇਹ ਲੱਗਦਾ ਹੈ, ਅਸਲੀ ਸੰਤ ਇਹ ਲੱਗਦਾ ਹੈ। ਤੂੰ ਬਾਹਰ ਦਾ ਸੰਤ ਹੈ, ਤੂੰ ਬਾਹਰ ਦਾ ਮੌਲਵੀ ਹੈ, ਇਹ ਅੰਦਰ ਦਾ ਮੌਲਵੀ ਹੈ। ਮੌਲਵੀ ਉਸ ਨੂੰ ਕਹਿੰਦੇ ਨੇ ਜੋ ਮੌਲਾ ਨਾਲ ਮੁਹੱਬਤ ਕਰਦਾ ਹੈ, ਉਸ ਨੂੰ ਮੌਲਵੀ ਕਹਿੰਦੇ ਨੇ। ਕਹਿੰਦੇ ਨੇ ਇਸ ਗੱਲ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ, ਬਹੁਤ ਪਰੇਸ਼ਾਨ ਕੀਤਾ। 2 ਸਾਲ ਬਾਅਦ ਮੈਨੂੰ ਫਿਰ ਜਾਣਾ ਹੋਇਆ ਤਾਂ ਮੈਂ ਕੀ ਦੇਖਿਆ ਕਿ ਉੱਥੇ ਤਾਂ ਉਹ ਮਕਾਨ ਹੈ ਹੀ ਨਹੀਂ,
ਮਕਾਨ ਟੁੱਟ ਗਿਆ ਹੈ। ਤਾਂ ਮੈਂ ਕਿਸੇ ਨੂੰ ਪੁੱਛ ਲਿਆ, ਇੱਥੇ ਜਿਹੜਾ ਬੰਦਾ ਰਹਿੰਦਾ ਸੀ ਉਹ ਕਿੱਥੇ ਗਿਆ? ਕਹਿਣ ਲੱਗੇ ਉਹ ਸਾਹਮਣੇ ਝੌਂਪੜੀ ਵਿੱਚ ਰਹਿੰਦਾ ਹੈ, ਕਿਉਂਕਿ ਸਭ ਕੁਝ ਬਰਬਾਦ ਹੋ ਗਿਆ ਉਹਦਾ, ਝੌਂਪੜੀ ਵਿੱਚ ਰਹਿੰਦਾ ਹੈ ਉਹ। ਮੈਂ ਝੌਂਪੜੀ ਵਿੱਚ ਚਲਾ ਗਿਆ, ਕਿਉਂਕਿ ਸੁੱਖਾਂ ਵੇਲੇ ਜਦੋਂ ਮੈਂ ਉਹਦੇ ਕੋਲ ਗਿਆ ਤਾਂ ਮੇਰਾ ਫਰਜ਼ ਬਣਦਾ ਹੈ ਦੁੱਖ ਵੇਲੇ ਵੀ ਉਹਦੇ ਕੋਲ ਜਾਣਾ। ਕਹਿੰਦਾ ਗਿਆਨੀ ਜੀ, ਜਦੋਂ ਉਸ ਝੌਂਪੜੀ ਦੇ ਵਿੱਚ ਮੈਂ ਬੈਠਾ, ਉਸਨੇ ਮੈਨੂੰ ਦਰੀ ਵਿਛਾ ਕੇ ਦਿੱਤੀ, ਰੁੱਖੀ ਸੁੱਕੀ ਜੋ ਵੀ ਸੀ ਲਿਆ ਕੇ ਮੇਰੇ ਸਾਹਮਣੇ ਰੱਖ ਦਿੱਤਾ। ਮੌਲਵੀ ਕਹਿੰਦਾ ਮੈਂ ਰੋ ਪਿਆ। ਮੈਂ ਖੁਦਾ ਨੂੰ ਕਿਹਾ, ਐ ਖੁਦਾ, ਇਹ ਕੀ ਕੀਤਾ ਹੈ? ਇਹ ਕੀ ਬਾਣਾ ਵਰਤਾਇਆ? ਇਤਨਾ ਵੱਡਾ ਅਮੀਰ ਸੀ, ਇਹ ਗਰੀਬ ਹੋ ਗਿਆ। ਕਹਿੰਦੇ ਨੇ ਜਦੋਂ ਮੈਂ ਖੁਦਾ ਨੂੰ ਇਹ ਆਖਿਆ ਇਹ ਇਤਨਾ ਵੱਡਾ ਅਮੀਰ ਸੀ ਤੇ ਗਰੀਬ ਹੋ ਗਿਆ, ਤੇ ਉਹ ਮਨੁੱਖ ਮੈਨੂੰ ਕਹਿੰਦਾ, ਮੌਲਵੀ ਜੀ ਉਹ ਪੰਕਤੀ ਫਿਰ ਪੜ੍ਹੋ, ਸਾਹਮਣੇ ਲਿਖੀ ਹੋਈ ਹੈ। ਉੱਥੇ ਲਿਖਿਆ ਸੀ, ਕਹੋ ਨਾਨਕ ਥਿਰ ਨਾ ਰਹੇ। ਕਹਿੰਦੇ ਨੇ ਜਦੋਂ ਅਮੀਰੀ ਨਹੀਂ ਰਹੀ, ਅਮੀਰੀ ਆਈ ਚਲੀ ਗਈ, ਹੁਣ ਗਰੀਬੀ ਆਈ ਹੈ, ਇਸਨੇ ਵੀ ਚਲੇ ਜਾਣਾ ਹੈ, ਇਸਨੇ ਵੀ ਚਲੇ ਜਾਣਾ ਹੈ। ਜਦੋਂ ਅਮੀਰੀ ਨਹੀਂ ਰੁਕੀ, ਗਰੀਬੀ ਕਿਵੇਂ ਰੁਕੇਗੀ? ਹਕੀਕਤ ਹੈ। ਕਹਿੰਦੇ ਨੇ ਇਹ ਗੱਲ ਮੈਨੂੰ ਸੋਚਣ 'ਤੇ ਮਜਬੂਰ ਕਰ ਦਿੱਤਾ। ਫਿਰ 2 ਸਾਲ ਬਾਅਦ ਮੈਨੂੰ ਫਿਰ ਮੌਕਾ ਮਿਲਿਆ ਤਾਂ ਮੈਨੂੰ ਕਿਸੇ ਨੇ ਕਿਹਾ ਕਿ ਉਹ ਬੰਦਾ ਤਾਂ ਪੂਰਾ ਹੋ ਗਿਆ, ਰੁਖਸਤ ਕਰ ਗਿਆ। ਕਹਿੰਦੇ ਨੇ ਮੇਰੇ ਅੰਦਰੋਂ ਆਵਾਜ਼ आई कि जिनके महलों में हजारों रंग के फानूस जलते थे, आज झाड़ियों के सिवाय उनकी कब्र पर कोई निशान तक नहीं। जिनके महलों में हजारों रंग के फानूस जलते थे, आज कुछ भी नहीं। ਤਾਂ ਕਹਿੰਦੇ ਨੇ ਜਿੱਥੇ ਉਹਦਾ ਅੰਤਿਮ ਸੰਸਕਾਰ ਹੋਇਆ, ਮੈਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਤਾਂ ਮੈਂ ਉੱਥੇ ਜਾ ਕੇ ਹੈਰਾਨ ਹੋ ਗਿਆ, ਕਿਉਂਕਿ ਉੱਥੇ ਵੀ ਪੰਕਤੀ ਲਿਖੀ ਹੋਈ ਸੀ, ਕਹੋ ਨਾਨਕ ਥਿਰ ਨਾ ਰਹੇ। ਸ਼ਮਸ਼ਾਨ ਘਾਟ 'ਤੇ ਵੀ ਪੰਕਤੀ ਲਿਖੀ ਹੋਈ, ਕਹੋ ਨਾਨਕ ਥਿਰ ਨਾ ਰਹੇ। ਮੁੱਕਦੀ ਗੱਲ ਕਿ ਸੰਸਾਰ ਦੇ ਵਿੱਚ ਜੋ ਕੁਝ ਵੀ ਹੈ, ਇਸ ਨੇ ਥਿਰ ਨਹੀਂ ਰਹਿਣਾ ਹੈ। ਅੱਜ ਹੈ, ਕੱਲ੍ਹ ਨਹੀਂ ਹੋਏਗਾ। ਬਸ ਇਹੀ, ਇਸੇ ਨੂੰ ਮਾਇਆ ਕਹਿੰਦੇ ਨੇ। ਤਾਂ ਫਿਰ ਪਰਮਾਤਮਾ ਕਿਸ ਨੂੰ ਕਹਿੰਦੇ ਨੇ? ਜੋ ਅੱਜ ਵੀ ਹੈ, ਜੋ ਕੱਲ੍ਹ ਵੀ ਹੋਵੇਗਾ, ਉਸ ਨੂੰ ਪਰਮਾਤਮਾ ਕਹਿੰਦੇ ਨੇ। ਤਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ, ਕਹਿ ਨਾਨਕ ਥਿਰ ਨਾ ਰਹੇ ਜਿਉਂ ਬਾਲੂ ਕੀ ਭੀਤ। ਜਿਵੇਂ ਰੇਤੀਲੀ ਮਿੱਟੀ ਦੀ ਦੀਵਾਰ ਬਣਾਉਂਦਿਆਂ ਬਣਾਉਂਦਿਆਂ ਟਹਿ ਜਾਂਦੀ ਹੈ, ਥਿਰ ਨਹੀਂ ਹੈ। ਕਿਤਨੀ ਦਫਾ ਹੀ ਐਸੀ ਤਸਵੀਰ ਸਾਹਮਣੇ ਆਈ, ਬੱਚੇ ਦਾ ਜਨਮ ਹੋਇਆ, ਆਉਂਦੇ ਸਾਰੀ ਮੌਤ ਹੋ ਗਈ। ਐਸੀ ਤਸਵੀਰ ਵੀ ਸਾਹਮਣੇ ਆਈ ਕਿ ਬੱਚੇ ਦੀ ਬਰਾਤ ਜਾ ਰਹੀ ਹੈ ਔਰ ਗੁਸਤਾਖੀ ਮਾਫ ਦੇਖਦਿਆਂ ਦੇਖਦਿਆਂ ਦੂਲੇ ਦੀ ਮੌਤ ਹੋ ਗਈ। ਐਸੀ ਤਸਵੀਰ ਵੀ ਆਈ, ਕਿਉਂਕਿ ਥਿਰ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ। ਦੂਜਾ ਸ਼ਲੋਕ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ, ਰਾਮ ਗਇਓ ਰਾਵਨ ਗਇਓ ਜਾਂਕੋਂ ਬਹੁ ਪਰਿਵਾਰ। ਇਹ ਇੱਕ ਪੰਕਤੀ ਹੈ, ਕਿਉਂਕਿ 2 ਪੰਕਤੀਆਂ ਦਾ ਸ਼ਲੋਕ ਹੁੰਦਾ ਹੈ, 2 ਪੰਕਤੀਆਂ ਦਾ ਦੋਹਾ ਹੁੰਦਾ ਹੈ, 2 ਪੰਕਤੀਆਂ ਦਾ ਸੁਰਠਾ ਹੁੰਦਾ ਹੈ। ਇਹ ਛੰਦ ਦੇ ਵੱਖ-ਵੱਖ ਰੂਪ ਨੇ। ਪਰ ਜੇ ਕਿਧਰੇ ਮੈਂ ਥੋੜ੍ਹੀ ਦੇਰ ਲਈ ਆਪ ਜੀ ਨੂੰ ਸਾਹਿਤ ਵੱਲ ਲੈ ਜਾਵਾਂ ਤੇ ਉਹਦੇ ਵਿੱਚ ਜੋ ਇੱਕ ਸ਼ਬਦ ਹੁੰਦਾ ਹੈ, ਉਹਦੀਆਂ ਸ਼ਕਤੀਆਂ ਹੁੰਦੀਆਂ ਨੇ। ਇਹ ਥੋੜ੍ਹਾ ਜਿਹਾ ਬਰੀਕ ਬੁੱਧੀ ਨਾਲ ਸਮਝਣਾ। ਸ਼ਬਦ ਸ਼ਕਤੀਆਂ ਹਿੰਦੀ ਸਾਹਿਤ ਦੇ ਵਿੱਚ, ਪੰਜਾਬੀ ਸਾਹਿਤ ਦੇ ਵਿੱਚ ਔਰ ਇੰਗਲਿਸ਼ ਲਿਟਰੇਚਰ ਵਿੱਚ ਵੀ ਸ਼ਬਦ ਸ਼ਕਤੀਆਂ ਹੁੰਦੀਆਂ ਨੇ। 3 ਕਿਸਮ ਦੀਆਂ ਸ਼ਬਦ ਸ਼ਕਤੀਆਂ ਹੁੰਦੀਆਂ ਨੇ। ਪਹਿਲੀ ਸ਼ਬਦ ਸ਼ਕਤੀ ਦਾ ਨਾਮ ਹੈ ਅਭਿਦਾ, ਔਰ ਦੂਜੀ ਸ਼ਕਤੀ ਦਾ ਨਾਮ ਹੈ ਲਕਸ਼ਣਾ, ਔਰ ਤੀਜੀ ਸ਼ਕਤੀ ਦਾ ਨਾਮ ਹੈ ਵਿਅੰਜਨਾ। ਇਹ 3 ਕਿਸਮ ਦੀਆਂ ਸ਼ਕਤੀਆਂ ਹੁੰਦੀਆਂ। ਹੁਣ ਇਹਨਾਂ ਤਿੰਨਾਂ ਦਾ ਜੋ ਭਾਵ ਹੈ ਆਪ ਜੀ ਦੇ ਮੈਂ ਸਾਹਮਣੇ ਰੱਖਾਂ। ਕੋਈ ਵੀ ਗੱਲ ਕਿਸ ਨੂੰ ਕਹਿਣੀ ਹੋਵੇ
ਤਾਂ ਸਾਹਮਣੇ ਕਹਿ ਦੇਣਾ ਗੱਲ। ਇਸ ਨੂੰ ਕਹਿੰਦੇ ਨੇ ਅਭਿਦਾ। ਲਕਸ਼ਣਾ ਸ਼ਕਤੀ ਉਹ ਹੁੰਦੀ ਹੈ ਕਿ ਜਿਵੇਂ ਅਸੀਂ ਕਿਸੇ ਨੂੰ ਕਹਿ ਦਿੰਦੇ ਹਾਂ ਕਿ ਤੇਰਾ ਜੀਵਨ ਤਾਂ ਕੁੱਤੇ ਵਰਗਾ ਵੀ ਨਹੀਂ ਹੈ, ਗੁਸਤਾਖੀ ਮਾਫ, ਤੇ ਉਹਦੇ ਲੱਛਣ ਅਸੀਂ ਦਰਸਾਏ ਨੇ, ਇਸ ਨੂੰ ਕਹਿੰਦੇ ਨੇ ਲਕਸ਼ਣਾ। ਔਰ ਵਿਅੰਜਨਾ ਸ਼ਕਤੀ ਉਹ ਹੁੰਦੀ ਹੈ ਕਿ ਕੋਈ ਗੱਲ ਕਹਿਣੀ ਹੋਵੇ ਤਾਂ ਤੀਜੇ ਦਾ ਉਦਾਹਰਨ ਦੇਣਾ ਜਿਹੜਾ ਮੌਜੂਦ ਨਹੀਂ ਹੈ। ਜਿਵੇਂ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਇਹ ਵਿਅੰਜਨਾ ਸ਼ਕਤੀ ਹੈ ਕਿ ਉਦਾਹਰਨ ਉਹਦਾ ਦਿੱਤਾ ਹੈ ਜੋ ਸਾਡੇ ਸਾਹਮਣੇ ਮੌਜੂਦ ਨਹੀਂ ਹੈ। ਭਗਤ ਧਰੂ, ਭਗਤ ਪ੍ਰਹਿਲਾਦ ਮੌਜੂਦ ਨਹੀਂ ਹੈ ਤਨ ਕਰਕੇ, ਪਰ ਉਹਨਾਂ ਦਾ ਐਗਜ਼ਾਮਪਲ ਦਿੱਤਾ ਸੀ। ਤਾਂ ਇੱਕ ਗੱਲ ਤਿੰਨ ਅਰਥ ਕੱਢਦੀ ਹੈ, ਤਿੰਨ ਸ਼ਕਤੀਆਂ ਨੇ। ਤਾਂ ਇਸ ਪੰਕਤੀ ਨੂੰ ਦੇਖਣਾ ਇਹ ਕੀ ਅਰਥ ਕੱਢਦੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ, ਰਾਮ ਗਇਓ ਰਾਵਣ ਗਇਓ ਜਾਂਕੋ ਬਹੁ ਪਰਿਵਾਰ। ਸਮੇਂ ਦੀ ਧਾਰਾ ਦੇ ਮੁਤਾਬਿਕ ਰਾਮਚੰਦਰ ਜੀ ਆਏ ਔਰ ਚਲੇ ਗਏ। ਸਮੇਂ ਦੀ ਧਾਰਾ ਦੇ ਮੁਤਾਬਿਕ ਰਾਵਣ ਵੀ ਆਇਆ ਔਰ ਚਲਾ ਗਿਆ, ਔਰ ਸਮੇਂ ਦੀ ਧਾਰਾ ਦੇ ਮੁਤਾਬਿਕ ਰਾਵਣ ਦਾ ਪਰਿਵਾਰ ਵੀ ਹੋਇਆ, ਉਹ ਵੀ ਚਲਾ ਗਿਆ। ਇਹ ਪਹਿਲਾ ਅਰਥ ਹੈ। ਕਿਉਂਕਿ ਸ਼੍ਰੀ ਰਾਮਚੰਦਰ ਜੀ ਮਹਾਰਾਜ, ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਗੁਰਦੇਵ ਪਿਤਾ ਦਸ਼ਰਥ ਨੇ ਜੋ ਨਾਮ ਰੱਖਿਆ ਰਾਮਚੰਦਰ, ਉਹਦਾ ਇੱਕ ਬਹੁਤ ਵੱਡਾ ਕਾਰਨ ਸੀ। ਇਹ ਭਾਈ ਗੁਰਦਾਸ ਦੇ ਬੋਲ ਨੇ ਕਿ ਦਸ਼ਰਥ ਤੇ 3 ਹੱਤਿਆਵਾਂ ਦਾ ਦੋਸ਼ ਸੀ। 3 ਹੱਤਿਆਵਾਂ, ਸ਼ਰਵਣ ਕੁਮਾਰ, ਉਹਦੀ ਤੇ ਉਹਦੀ ਮਾਂ ਤੇ ਉਹਦਾ ਪਿਤਾ। ਆਪ ਜੀ ਨੂੰ ਖਬਰ ਹੈ ਕਿ ਦਸ਼ਰਥ ਨੇ ਤੀਰ ਚਲਾਇਆ ਸੀ ਤੇ ਸ਼ਰਵਣ ਕੁਮਾਰ ਦੀ ਵੀ ਮੌਤ ਹੋ ਗਈ, ਤੇ ਫਿਰ ਵਿਯੋਗ ਦੇ ਵਿੱਚ ਮਾਂ ਦੀ ਵੀ ਮੌਤ ਹੋ ਗਈ ਤੇ ਪਿਤਾ ਦੀ ਵੀ ਮੌਤ ਹੋ ਗਈ। ਹੁਣ ਇਹ ਗੁਨਾਹ ਕਿੱਥੋਂ ਬਖਸ਼ਾਈਏ, ਕਿੱਥੋਂ ਬਖਸ਼ਾਈਏ? ਤਾਂ ਉਹ ਕਹਿੰਦੇ ਨੇ ਦਸ਼ਰਥ ਨੇ ਆਪਣੇ ਪੁੱਤਰ ਦਾ ਨਾਮ ਰੱਖਿਆ ਰਾਮਚੰਦਰ। ਰਾਮ ਜਪਦੀਆਂ 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 ਕਹਿੰਦੇ ਨੇ ਕਿਧਰੇ ਉਸ ਰਾਮ ਦੀ ਰਹਿਮਤ ਹੋ ਜਾਵੇ ਜਿਹੜਾ ਰਮਿਆ ਹੋਇਆ ਹੈ ਸਾਰੇ ਜਗਤ ਵਿੱਚ, ਮੇਰੀ ਬੰਦ ਖਲਾਸੀ ਹੋ ਜਾਵੇ। ਸ਼ਰਵਣ ਕੁਮਾਰ ਦੀ ਮੌਤ, ਉਹਦਾ ਗੁਨਾਹ ਮੇਰੇ ਸਿਰ ਤੋਂ ਹਟ ਜਾਵੇ, ਕਿਉਂਕਿ ਜਿਹੜਾ ਬਹੁਤ ਹੀ ਆਗਿਆਕਾਰੀ ਪੁੱਤਰ ਸੀ। ਇੱਕ ਛੋਟੀ ਜਿਹੀ ਗੱਲ ਮੇਰੇ ਜ਼ਿਹਨ ਵਿੱਚ ਮੈਨੂੰ ਯਾਦ ਆ ਗਈ, ਆਪ ਜੀ ਦੇ ਸਾਹਮਣੇ ਰੱਖਾਂ, ਕਿਉਂਕਿ ਅੱਜ ਦੇ ਯੁੱਗ ਵਿੱਚ ਇਹ ਬਹੁਤ ਜ਼ਰੂਰੀ ਹੈ। ਬਜ਼ੁਰਗ ਪਿਤਾ ਜੋ ਕਿ ਮੰਜੀ ਤੇ ਲੇਟਿਆ ਹੋਇਆ ਹੈ ਤੇ ਸਾਹਮਣੇ ਪੁੱਤਰ ਖੜਾ ਹੈ, ਤੇ ਪੁੱਤਰ ਨੂੰ ਕਹਿੰਦਾ ਹੈ, ਐ ਮੇਰੇ ਬੱਚੇ, ਮੈਨੂੰ ਪਿਆਸ ਲੱਗੀ ਹੈ, ਮੈਨੂੰ ਪਾਣੀ ਪਿਲਾ। ਬੱਚਾ ਕੀ ਕਰਦਾ ਹੈ, ਆਪਣੀ ਬਾਈਕ ਸਟਾਰਟ ਕਰਦਾ ਹੈ ਔਰ ਛੇਤੀ ਦੇ ਨਾਲ ਨਿਕਲ ਜਾਂਦਾ ਹੈ, ਮਾਂ ਨੂੰ ਇਹ ਕਹਿੰਦੇ ਹੋਏ, ਐ ਮਾਂ, ਬਾਪੂ ਨੂੰ ਪਾਣੀ ਪਿਲਾ ਦੇਣਾ। ਧਿਆਨ ਦੇ ਨਾਲ ਸੁਣਨਾ, ਐ ਮਾਂ, ਬਾਪੂ ਨੂੰ ਪਾਣੀ ਪਿਲਾ ਦੇਣਾ। ਬਜ਼ੁਰਗ ਪਿਤਾ ਕਹਿੰਦਾ ਹੈ ਪਤਨੀ ਨੂੰ, ਅੱਜ ਮੇਰੇ ਪੁੱਤਰ ਨੂੰ ਕੀ ਕੰਮ ਪੈ ਗਿਆ ਜਿਹੜਾ ਛੇਤੀ ਚਲਾ ਗਿਆ, ਪਾਣੀ ਦਾ ਗਲਾਸ ਵੀ ਮੈਨੂੰ ਨਹੀਂ ਦੇ ਕੇ ਗਿਆ, ਕਿਹੜਾ ਕੰਮ ਪੈ ਗਿਆ? ਤੇ ਮਾਂ ਕੀ ਕਹਿੰਦੀ ਹੈ? ਕਹਿੰਦੀ ਅੱਜ ਗੁਰਦੁਆਰੇ ਦੇ ਵਿੱਚ ਛਬੀਲ ਦੀ ਸੇਵਾ ਹੋਣੀ ਹੈ, ਉਹ ਸੇਵਾ ਕਰਨ ਗਿਆ ਹੈ। ਫਿਰ ਧਿਆਨ ਦੇ ਨਾਲ ਸੁਣਨਾ, ਪਿਤਾ ਨੇ ਪਾਣੀ ਮੰਗਿਆ, ਉਹਨੂੰ ਪਾਣੀ ਨਹੀਂ ਦਿੱਤਾ, ਤੇ ਪੁੱਤਰ ਛਬੀਲ ਦੀ ਸੇਵਾ ਵੀ ਕਰਦਾ ਹੈ ਗੁਰਦੁਆਰੇ ਦੇ ਵਿੱਚ। ਹੱਦ ਹੋ ਗਈ। ਨਹੀਂ ਚਾਹੀਦੀ ਐਸੀ ਸੇਵਾ। ਤੁਮ ਬਜ਼ੁਰਗ ਪਿਤਾ ਨੂੰ ਪਾਣੀ ਪਿਲਾ, ਤੁਮ ਬਜ਼ੁਰਗ ਮਾਂ ਨੂੰ ਪਾਣੀ ਪਿਲਾ, ਲੰਗਰ ਛਕਾ। ਪ੍ਰਸ਼ਾਦੇ ਬਣਾ ਕੇ, ਗੁਸਤਾਖੀ ਮਾਫ, ਗੱਲ ਮੈਨੂੰ ਕਹਿਣ ਦੇਣਾ, ਪ੍ਰਸ਼ਾਦੇ ਬਣਾ ਕੇ ਨੂੰਹ ਰਾਣੀ ਗੁਰਦੁਆਰੇ ਲੈ ਕੇ ਜਾ ਰਹੀ ਹੈ, ਡੇਰੇ ਵਿੱਚ ਲੈ ਕੇ ਜਾ ਰਹੀ ਹੈ, ਪਰ ਬਜ਼ੁਰਗ ਸੱਸ ਅਤੇ ਸਹੁਰਾ ਘਰ ਵਿੱਚ ਭੁੱਖੇ ਬੈਠੇ ਹੋਏ ਨੇ, ਪ੍ਰਸ਼ਾਦੇ ਲੈ ਕੇ ਉੱਥੇ ਜਾ ਰਹੀ ਹੈ। ਆਪਣੇ ਘਰ ਦੇ ਵਿੱਚ ਗੰਦਗੀ ਪਈ ਹੋਈ ਹੈ, ਡੇਰੇ ਵਿੱਚ ਜਾ ਕੇ, ਮੰਦਰ ਵਿੱਚ ਜਾ ਕੇ, ਗੁਰਦੁਆਰੇ ਵਿੱਚ ਜਾ ਕੇ ਝਾੜੂ ਪੋਚੇ ਦੀ ਸੇਵਾ ਹੋ ਰਹੀ ਹੈ।
ਨਹੀਂ, ਘਰ ਵਿੱਚ ਬੈਠੇ ਨੇ ਬਜ਼ੁਰਗ, ਉਹਨਾਂ ਦੀ ਸੇਵਾ ਕਰੋ। ਛਬੀਲ ਮੁਬਾਰਕ ਹੈ, ਲਗਾ ਲੈਣਾ ਬਾਅਦ ਵਿੱਚ, ਪਰ ਪਿਤਾ ਤਾਂ ਪਿਆਸਾ ਨਹੀਂ ਬੈਠਾ, ਮਾਂ ਤਾਂ ਪਿਆਸੀ ਨਹੀਂ ਬੈਠੀ ਹੋਈ। ਇਸ ਗੱਲ 'ਤੇ ਜ਼ਰੂਰ ਪਹਿਰਾ ਦੇਣਾ ਔਰ ਜਹਨੇ ਨਸ਼ੀਨ ਕਰ ਲੈਣਾ ਇਹ ਗੱਲ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ, ਰਾਮ ਗਇਓ ਰਾਵਣ ਗਇਓ ਜਾਂਕੋਂ ਬਹੁ ਪਰਿਵਾਰ। ਹੁਣ ਇੱਕ ਦੂਜਾ ਅਰਥ ਹੋਰ ਦੇਖਣਾ। ਰਾਵਣ ਬੇਸ਼ੱਕ ਵਿਦਵਾਨ ਸੀ, ਆਲਮ ਫਾਜ਼ਲ ਯਾਫਤਾ ਸੀ, ਪਰ ਉਹਦੇ ਜੀਵਨ ਦੇ ਵਿੱਚੋਂ ਰਾਮ ਨਿਕਲ ਗਿਆ, ਨਿਰੰਕਾਰ ਨਿਕਲ ਗਿਆ, ਸੱਤ ਨਿਕਲ ਗਿਆ, ਤਾਂ ਕਹਿੰਦੇ ਨੇ ਰਾਵਣ ਦਾ ਵੀ ਖਾਤਮਾ ਹੋ ਗਿਆ ਅਤੇ ਪਰਿਵਾਰ ਦਾ ਵੀ ਖਾਤਮਾ ਹੋ ਗਿਆ। ਕਿਉਂ? ਕਿਉਂਕਿ ਉਹਦੇ ਜੀਵਨ ਵਿੱਚ ਰਾਮ ਨਿਕਲ ਗਿਆ। ਰਾਮ ਗਇਓ, ਜੀਵਨ ਵਿੱਚ ਰਾਮ ਗਿਆ, ਅਤੇ ਫਿਰ ਰਾਵਣ ਵੀ ਖਤਮ ਹੋ ਗਿਆ ਅਤੇ ਪਰਿਵਾਰ ਵੀ ਖਤਮ ਹੋ ਗਿਆ। ਹੁਣ ਤੀਜਾ ਅਰਥ ਇੱਕ ਹੋਰ ਦੇਖਣਾ, ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਕਿਉਂਕਿ ਇਹ ਬੋਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੀ ਦਰਜ ਕੀਤੇ ਨੇ। ਗੁਰੂ ਤੇਗ ਬਹਾਦਰ ਸਾਹਿਬ ਦੇ ਦਮਦਮਾ ਸਾਹਿਬ ਦੀ ਧਰਤੀ, ਅਤੇ ਸੰਗਤਾਂ ਨੇ ਕਹਿ ਦਿੱਤਾ, ਮਹਾਰਾਜ ਕਿਉਂ ਨਾ ਇਸ ਦੀ ਵਿਆਖਿਆ ਆਪ ਜੀ ਸੁਣਾਓ, ਅਸੀਂ ਲਿਖਦੇ ਜਾਈਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਨਹੀਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦਿਆਂ ਪੜ੍ਹਦਿਆਂ ਜਿਤਨੀ ਕੋਈ ਗਹਿਰਾਈ ਵਿੱਚ ਜਾਵੇਗਾ, ਜਿਤਨਾ ਕਿਸੇ ਦਾ ਧਿਆਨ ਗਹਿਰਾ ਹੋਵੇਗਾ, ਗਿਆਨ ਉਹਦਾ ਉਤਨਾ ਹੀ ਉੱਚਾ ਹੋਵੇਗਾ। ਧਿਆਨ ਜਿਤਨਾ ਗਹਿਰਾ, ਧਿਆਨ ਉਤਨਾ ਉੱਚਾ। ਜੇ ਮੈਂ ਇਸ ਨੂੰ ਇਸ ਤਰ੍ਹਾਂ ਅਰਜ਼ ਕਰਾਂ, ਧਿਆਨ ਬੇਖਰੀ ਤੱਕ ਹੈ, ਗਿਆਨ ਵੀ ਬੇਖਰੀ ਤੱਕ ਹੈ। ਜੇ ਧਿਆਨ ਹੋਰ ਗਹਿਰਾ ਚਲਾ ਗਿਆ ਮੱਧਮਾ ਤੱਕ, ਤਾਂ ਗਿਆਨ ਵੀ ਮੱਧਮਾ ਤੱਕ ਹੈ। ਜੇ ਧਿਆਨ ਮਨੁੱਖ ਦਾ ਪਸ਼ੰਤੀ ਤੱਕ ਪਹੁੰਚ ਗਿਆ, ਤਾਂ ਗਿਆਨ ਵੀ ਪਸ਼ੰਤੀ ਤੱਕ ਹੈ। ਜੇ ਧਿਆਨ ਮਨੁੱਖ ਦਾ ਪਰਾ ਤੱਕ ਪਹੁੰਚ ਗਿਆ, ਤਾਂ ਉਹਦਾ ਗਿਆਨ ਵੀ ਪਰਾ ਤੱਕ ਪਹੁੰਚ ਜਾਂਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਬੋਲ ਇਹ ਪਰਾ ਦੇ ਬੋਲ ਹਨ, ਨਿਰੰਕਾਰੀ ਬੋਲ ਹਨ। ਇਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਸੀ, ਭਾਈ ਮਰਦਾਨਾ, ਇਹ ਬੋਲ ਮੇਰੇ ਨਹੀਂ ਹਨ, ਇਹ ਖਸਮ ਦੇ ਬੋਲ ਨੇ, ਇਹ ਨਿਰੰਕਾਰ ਦੇ ਬੋਲ ਹੈ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੈ ਲਾ ਲੋ। ਇਹ ਖਸਮ ਦੇ ਬੋਲ ਨੇ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਕਿ ਜਿਤਨਾ ਕੋਈ ਅਭਿਆਸ ਕਰੇਗਾ, ਨਵੇਂ ਤੋਂ ਨਵਾਂ ਅਰਥ ਸਾਹਮਣੇ ਆਏਗਾ। ਹੁਣ ਤੀਜਾ ਅਰਥ ਦੇਖਣਾ, ਰਾਮ ਗਇਓ ਰਾਵਣ ਗਇਓ ਜਾਂਕੋਂ ਬਹੁ ਪਰਿਵਾਰ। ਜੇ ਮਨੁੱਖ ਦੇ ਜੀਵਨ ਵਿੱਚ ਰਾਮ ਬੈਠ ਜਾਵੇ, ਸਾਧਨਾ ਕਰਦਿਆਂ ਕਰਦਿਆਂ ਰਾਮ ਉਹਦੇ ਅੰਦਰ ਪ੍ਰਵੇਸ਼ ਕਰ ਜਾਵੇ, ਤਾਂ ਉਹਦੇ ਜੀਵਨ ਦਾ ਰਾਵਣ ਖਤਮ ਹੋ ਗਿਆ। ਰਾਵਣ ਕੀ ਅਹੰਕਾਰ, ਉਹਦਾ ਹੰਕਾਰ ਖਤਮ ਹੋ ਗਿਆ। ਰਾਮ ਅੰਦਰ ਗਿਆ, ਰਾਵਣ ਹੰਕਾਰ ਚਲਾ ਗਿਆ। ਔਰ ਰਾਵਣ ਦੀ ਜਿਹੜੀ ਸੈਨਾ ਸੀ, ਕ੍ਰੋਧ, ਲੋਭ, ਮੋਹ, ਈਰਖਾ, ਨਿੰਦਾ, ਇਹ ਅਹੰਕਾਰ ਰੂਪੀ ਰਾਵਣ ਦਾ ਪਰਿਵਾਰ ਹੈ। ਇਹ ਵੀ ਹੁਣ ਖਤਮ ਹੋ ਗਿਆ ਜਦੋਂ ਅੰਦਰ ਰਾਮ ਗਿਆ। ਹੰਕਾਰ ਗਿਆ, ਅੰਦਰ ਰਾਮ ਆ ਗਿਆ। ਇਸ ਨੂੰ ਮੈਂ ਇਸ ਤਰ੍ਹਾਂ ਕਰਾਂ, ਵਿਕਾਰਾਂ ਦਾ ਤਿਆਗ ਹੋ ਗਿਆ ਜਦੋਂ ਰਾਮ ਅੰਦਰ ਆਇਆ। ਸਿੰਧੀ ਸਮਾਜ ਦਾ ਇੱਕ ਸੰਤ ਹੋਇਆ, ਅਤੇ ਉਹ ਇੱਕ ਗੱਲ ਕਹਿੰਦਾ ਸੀ, ਨੱਚਦਿਆਂ ਪੰਗਤੀ ਗੁਰਬਾਣੀ ਦੀ ਪੜ੍ਹਦਾ ਸੀ। ਪੰਗਤੀ ਪੜ੍ਹਦਾ ਸੀ, ਤਿਆਗਨ ਨੀਕਾ, ਜੇ ਤਿਆਗ ਕਰਨਾ ਹੀ ਹੈ, ਬਹੁਤ ਸੁੰਦਰ ਤਿਆਗ ਹੈ। ਕਿਹਦਾ? ਕਹਿੰਦੇ ਨੇ ਕਾਮ, ਕ੍ਰੋਧ, ਲੋਭ, ਮੋਹ ਤਿਆਗਨਾ। ਅਤੇ ਉਹ ਥੋੜ੍ਹੇ ਹੀ ਸ਼ਬਦਾਂ ਵਿੱਚ ਕਹਿੰਦਾ ਸੀ, ਤਿਆਗੋ ਤਿਆਗੋ ਤਿਆਗੋ। ਤੋ ਜਿੱਥੇ ਆਪ ਜੀ ਗੁਰੂ ਦੇ ਬੋਲ ਸੁਣਾ ਰਹੇ ਸੀ, ਬਹੁਤ ਸਾਰੀ ਸੰਗਤ ਬੈਠੀ ਸੀ। ਇੱਕ ਅਮੀਰ ਖੜਾ ਹੋ ਕੇ ਕਹਿੰਦਾ ਹੈ, ਸੰਤ ਜੀ ਤੁਸੀਂ ਕਹਿੰਦੇ ਹੋ ਤਿਆਗੋ ਤਿਆਗੋ ਤਿਆਗੋ, ਕੀ ਤਿਆਗੀ ਹੈ? ਧਨ ਤਿਆਗੀ ਹੈ। ਅਤੇ ਉਹ ਅਮੀਰ ਕਹਿੰਦਾ ਹੈ ਕਿ ਇਹ ਪੂਰੀ ਸਭਾ ਦੇ ਵਿੱਚ ਲੋਕ ਬੈਠੇ ਸੀ ਸਾਰੇ ਕੁਰਸੀਆਂ 'ਤੇ, ਅਤੇ ਮੈਂ ਕਿਸੇ ਨੂੰ 10 ਰੁਪਏ ਦਿੱਤੇ ਨੇ ਤਾਂ ਉਸਨੇ ਕੁਰਸੀ ਖਾਲੀ ਕੀਤੀ ਹੈ। ਜੇ ਮੇਰੇ ਕੋਲ 10 ਰੁਪਏ ਨਾ ਹੁੰਦੇ ਤਾਂ ਮੈਨੂੰ ਕੁਰਸੀ ਕਿੱਥੋਂ ਮਿਲਣੀ ਸੀ? ਅਤੇ ਤੁਸੀਂ ਕਹਿੰਦੇ ਹੋ ਤਿਆਗੋ ਤਿਆਗੋ ਤਿਆਗੋ।
ਤੇ ਉਹ ਸੰਤ ਕਹਿੰਦਾ ਹੈ, ਐ ਪੁਰਖਾ, ਜਿਵੇਂ ਤੂੰ 10 ਰੁਪਏ ਦਾ ਤਿਆਗ ਕੀਤਾ ਤੈਨੂੰ ਕੁਰਸੀ ਮਿਲੀ, ਕਾਸ਼ ਤੂੰ ਅਹੰਕਾਰ ਦਾ ਤਿਆਗ ਕਰਦਾ ਤੈਨੂੰ ਨਿਰੰਕਾਰ ਮਿਲ ਜਾਂਦਾ, ਤੈਨੂੰ ਰੱਬ ਮਿਲ ਜਾਂਦਾ। ਹੰਕਾਰ ਦਾ ਤਿਆਗ ਕੀਤਾ, ਰੱਬ ਮਿਲ ਗਿਆ। ਤੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ, ਜੀਵਨ ਵਿੱਚ ਰਾਮ ਆ ਗਿਆ, ਰਾਵਣ ਖਤਮ ਹੋ ਗਿਆ, ਹੰਕਾਰ ਖਤਮ ਹੋ ਗਿਆ। ਔਰ ਦੁਨਿਆਵੀ ਤਲ 'ਤੇ ਦੇਖੀਏ ਤਾਂ ਰੂਹੇ ਜ਼ਮੀਂ 'ਤੇ ਰਾਮ ਵੀ ਆਇਆ, ਉਹ ਵੀ ਚਲਾ ਗਿਆ। ਫਿਰ ਰਾਵਣ ਵੀ ਆਇਆ, ਉਹ ਵੀ ਚਲਾ ਗਿਆ। ਫਿਰ ਉਹਦਾ ਪਰਿਵਾਰ ਵੀ ਸੀ, ਉਹ ਵੀ ਚਲਾ ਗਿਆ। ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜੋ ਸੰਸਾਰ। ਕਿ ਇਹ ਜਗਤ ਕੁਛ ਵੀ ਨਹੀਂ ਹੈ, ਇੱਕ ਸੁਪਨਾ ਹੈ। ਸੁਪਨਾ ਹੈ, ਸੁਪਨਾ ਆਇਆ, ਸੁਪਨਾ ਖਤਮ ਹੋ ਗਿਆ। ਇਹ ਦੁਨੀਆ ਵੀ ਸੁਪਨਾ ਹੈ, ਪਰ ਦੋਵਾਂ ਵਿੱਚ ਫਰਕ ਕੀ ਹੈ? ਫਰਕ ਇਹ ਹੈ ਕਿ ਸੁਪਨਾ ਦੇਖਦੇ ਹਾਂ ਰਾਤ ਨੂੰ ਨੀਂਦ ਦੇ ਵਿੱਚ, ਇੱਕ ਉਹ ਸੁਪਨਾ ਹੈ, ਔਰ ਇਹ ਜਗਤ ਸੁਪਨਾ ਹੈ, ਇਸ ਨੂੰ ਅੱਖਾਂ ਖੋਲ ਕੇ ਦੇਖ ਰਹੇ ਹਾਂ। ਬਸ ਫਰਕ ਇਤਨਾ ਹੈ, ਦੋਵੇਂ ਹੀ ਸੁਪਨੇ ਨੇ। ਉਹ ਵੀ ਖਤਮ ਹੋ ਜਾਂਦਾ ਹੈ, ਇਹ ਵੀ ਖਤਮ ਹੋ ਜਾਂਦਾ ਹੈ। ਫਿਰ ਕਈ ਦਫਾ ਸਾਨੂੰ ਕਹਿਣਾ ਪੈ ਜਾਂਦਾ ਹੈ ਕਿ ਉਮਰ ਇਸ ਤਰ੍ਹਾਂ ਗੁਜ਼ਰ ਗਈ ਜਿਵੇਂ ਇੱਕ ਸੁਪਨਾ ਦੇਖਿਆ। ਕਦ ਬੱਚੇ ਸੀ, ਜਵਾਨ ਹੋ ਗਏ, ਜਿਵੇਂ ਇੱਕ ਸੁਪਨਾ ਦੇਖਿਆ। ਜਵਾਨ ਤੋਂ ਕਦ ਬਜ਼ੁਰਗ ਹੋ ਗਏ, ਜਿਵੇਂ ਇੱਕ ਸੁਪਨਾ ਦੇਖਿਆ। ਪਤਾ ਹੀ ਨਹੀਂ ਲੱਗਾ ਇਹ ਸੁਪਨਾ ਹੈ। तो गुस्ताखी माफ़, ये सपना असी पता नहीं कितनी दफ़ा देखे आए, कितनी दफ़ा असी जन्म लिया है। अखीर विच मैं गल कह के कथा की समाप्ति वाला ना, गुरु साहिब के बोल हन, कहते ने, फफा फिरत फिरत तू आया, फिरदियाँ फिरदियाँ आया। कदे मनुख बने, कदे पशु बने, कदे पंछी बने, कदे कुछ बने, कदे कुछ बने। अज फिर मनुख बन के बैठे। दुर्लभ देह कलयुग मैं पाया। जिस देह नूं आप जी लैके बैठे हो, ये कीमती सांस बहुत कीमती हैं, बहुत कीमती। जे किधरे आप जी ने गौर मुताला किया होवे तो गल करदियां करदियां साडे कितने कीमती सांस बर्बाद हो गए, कितने कीमती, बेअंत कीमती। एक प्रेमी कहंदा सी, कथावाचक सी, कहता, ज्ञानी जी धन चला जाए कोई परवाह नहीं है, पर कीमती सांस साडे चले गए बेकार। क्रोध करके, लोभ करके, अहंकार दे गीत गा के असीं की कमाया। दुर्लभ देह कल युग में पाया, फिर या अवसर चरे न हाथा, नाम जपो तां कटिए फासा। जे किधरे नाम जप लईए तो फिर मोह की फाही कट्टी जाएगी, क्रोध की फाही कट्टी जाएगी, अहंकार की फाही कट्टी जाएगी। नाम सिमरन दे नाल, साधना करन दे नाल, संगत करन दे नाल। तो गुरु साहिब जी रहमतां करन, ये प्यार आप जी नूं सारियां नूं बख्शिश करन। आप जी दा सारियां दा बहुत बहुत धन्नवाद। भुल्लां चुकां दी खिमा। वाहिगुरु जी का खालसा, वाहिगुरु जी की फतेह।